ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਰਾਜੇ ਵਿਕਰਮਜੀਤ ਨੂੰ ਸਦਾ ਹੀ ਆਪਣੀ ਪ੍ਰਜਾ ਦੀ ਭਲਾਈ ਦੀ ਚਿੰਤਾ ਸਤਾਉਂਦੀ ਰਹਿੰਦੀ ਸੀ ਤੇ ਉਹ ਪ੍ਰਜਾ ਦੇ ਕਸ਼ਟਾਂ ਨੂੰ ਜਾਣਨ ਦੇ ਲਈ ਰਾਤ ਨੂੰ ਭੇਸ਼ ਬਦਲ ਕੇ ਘੁੰਮਦੇ ਰਹਿੰਦੇ ਸੀ। ਇੱਕ ਦਿਨ ਰੋਜ਼ ਦੀ ਤਰ੍ਹਾਂ ਉਹ ਭੇਸ਼ ਬਦਲ ਕੇ ਹਜੇ ਨਿਕਲੇ ਹੀ ਸੀ ਕਿ ਥੋੜੀ ਹੀ ਦੂਰ ਤੇ ਉਹਨਾਂ ਨੂੰ ਦੋ ਸਾਧੂ ਮਿਲੇ। ਇੱਕ ਸਾਧੂ ਕਹਿ ਰਿਹਾ ਸੀ ਕਿ ਜੋ ਲੇਖਾਂ ਵਿੱਚ ਲਿਖਿਆ ਹੈ ਉਹੀ ਹੁੰਦਾ ਹੈ, ਪਰ ਦੂਜਾ ਕਹਿ ਰਿਹਾ ਸੀ ਕਿ ਨਹੀਂ, ਲੇਖਾਂ ਦਾ ਲਿਖਿਆ ਬਦਲਿਆ ਵੀ ਜਾ ਸਕਦਾ ਹੈ। ਦੋਹਾਂ ਵਿੱਚ ਇਸ ਗੱਲ ਦੇ ਕਾਰਨ ਤੂੰ ਮੈਂ ਹੋਣ ਲੱਗੀ। ਇੱਕ ਕਹਿ ਰਿਹਾ ਸੀ ਕਿ ਲੇਖ ਪ੍ਰਧਾਨ ਹੈ, ਦੂਜਾ ਕਹਿ ਰਿਹਾ ਸੀ ਕਰਮ ਪ੍ਰਧਾਨ ਹੈ। ਰਾਜੇ ਨੇ ਪੁੱਛਿਆ, ਕਿਉਂ, ਕੀ ਹੋਇਆ ਬਾਬਿਓ, ਕਿਸ ਗੱਲ ਦਾ ਝਗੜਾ ਹੋ ਰਿਹਾ ਹੈ, ਗੱਲ ਕੀ ਹੈ? ਦੋਹਾਂ ਨੇ ਆਪਣੀ ਗੱਲ ਕਹੀ। ਰਾਜਾ ਇਹ ਸਵਾਲ ਸੁਣ ਕੇ ਥੋੜਾ ਹੈਰਾਨ ਹੋ ਗਿਆ। ਉਸਨੇ ਗੱਲ ਬਦਲਦੇ ਹੋਏ ਕਿਹਾ ਕਿ ਕੀ ਤੁਹਾਨੂੰ ਪਤਾ ਹੈ ਇਸ ਨਗਰ ਦਾ ਰਾਜਾ ਕੌਣ ਹੈ? ਤੁਸੀਂ ਕਿਸ ਦੇ ਰਾਜ ਵਿੱਚ ਰਹਿ ਰਹੇ ਹੋ? ਸਾਧੂ ਬੋਲੇ, ਹਾਂ ਸਾਨੂੰ ਪਤਾ ਹੈ। ਇਸ ਨਗਰ ਦਾ ਰਾਜਾ ਬਹੁਤ ਨੇਕ-ਦਿਲ ਇਨਸਾਨ ਹੈ, ਦਾਨੀ ਵੀ ਹੈ, ਪਰਮਾਤਮਾ ਨੂੰ ਮੰਨਣ ਵਾਲਾ ਵੀ ਹੈ। ਰਾਜਾ ਬੋਲਿਆ, ਫਿਰ ਤੁਸੀਂ ਕੱਲ ਨੂੰ ਉਸ ਦੀ ਕਚਹਿਰੀ ਵਿੱਚ ਜਾ ਕੇ ਆਪਣੀ ਗੱਲ ਦਾ ਫੈਸਲਾ ਕਿਉਂ ਨਹੀਂ ਕਰਵਾ ਲੈਂਦੇ? ਇਹ ਕਹਿ ਕੇ ਰਾਜਾ ਉੱਥੋਂ ਅੱਗੇ ਚਲਾ ਗਿਆ। ਉਸਦੇ ਦਿਮਾਗ ਵਿੱਚ ਇਹ ਉਥਲ-ਪੁਥਲ ਚੱਲ ਹੀ ਰਹੀ ਸੀ ਕਿ ਲੇਖ ਪ੍ਰਧਾਨ ਹੈ ਜਾਂ ਵਿਧੀ ਪ੍ਰਧਾਨ ਹੈ। ਇਹਨਾਂ ਸੋਚਾਂ ਵਿੱਚ ਡੁੱਬਿਆ ਰਾਜਾ ਚੱਲਦਾ ਜਾ ਰਿਹਾ ਸੀ ਕਿ ਉਸਨੇ ਦੇਖਿਆ ਕਿ ਸਾਹਮਣੇ ਵਾਲੀ ਗਲੀ ਦੇ ਵਿੱਚ ਇੱਕ ਮਕਾਨ ਦੇ ਅੱਗੇ ਦੀਵਾ ਬਲ ਰਿਹਾ ਹੈ ਤੇ ਉਸ ਘਰ ਦੇ ਵਿੱਚੋਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਰਾਜੇ ਨੇ ਜਾ ਕੇ ਉਸ ਘਰ ਦਾ ਦਰਵਾਜ਼ਾ ਖੜਕਾਇਆ। ਕੁਝ ਸਮੇਂ ਬਾਅਦ ਇੱਕ ਆਦਮੀ ਨੇ ਦਰਵਾਜ਼ਾ ਖੋਲ੍ਹਿਆ ਤੇ ਰਾਜੇ ਨੇ ਉਸ ਆਦਮੀ ਨੂੰ ਪੁੱਛਿਆ, ਕੀ ਗੱਲ ਹੈ ਬਾਈ, ਕਿਉਂ ਰੋ ਰਹੇ ਹੋ, ਕਿਸ ਗੱਲ ਦਾ ਕਸ਼ਟ ਹੈ ਤੁਹਾਨੂੰ? ਉਹ ਆਦਮੀ ਬੋਲਿਆ ਕਿ ਤੂੰ ਇਸ ਚੱਕਰ ਦੇ ਵਿੱਚ ਨਾ ਹੀ ਪੈ ਤਾਂ ਚੰਗਾ ਹੈ ਭਰਾਵਾ। ਰਾਜੇ ਨੇ ਕਿਹਾ ਕਿ ਨਹੀਂ ਤੁਸੀਂ ਦੱਸੋ ਕੀ ਗੱਲ ਹੈ। ਰਾਜੇ ਦੇ ਬਾਰ-ਬਾਰ ਕਹਿਣ ਤੇ ਉਹ ਆਦਮੀ ਆਪਣੀ ਕਹਾਣੀ ਸੁਣਾਉਣ ਦੇ ਲਈ ਤਿਆਰ ਹੋ ਗਿਆ। ਆਦਮੀ ਨੇ ਰਾਜੇ ਨੂੰ ਦੱਸਿਆ ਕਿ ਮੇਰੇ ਘਰ ਵਿਆਹ ਤੋਂ 20 ਸਾਲਾਂ ਬਾਅਦ ਤੱਕ ਕੋਈ ਸੰਤਾਨ ਨਹੀਂ ਸੀ। ਫਿਰ ਅਸੀਂ ਨਾਗ ਦੇਵਤਾ ਦੀ ਪੂਜਾ ਕਰਨੀ ਸ਼ੁਰੂ ਕੀਤੀ। ਇੱਕ ਰਾਤ ਮੈਨੂੰ ਸੁਪਨਾ ਆਇਆ। ਨਾਗ ਦੇਵਤਾ ਨੇ ਸੁਪਨੇ ਵਿੱਚ ਮੈਨੂੰ ਕਿਹਾ ਕਿ ਮੈਂ ਤੇਰੀ ਭਗਤੀ ਤੋਂ ਬਹੁਤ ਪ੍ਰਸੰਨ ਹਾਂ, ਮੰਗ ਤੂੰ ਕੀ ਵਾਰ ਮੰਗਦਾ ਹੈ? ਤਾਂ ਮੈਂ ਨਾਗ ਦੇਵਤਾ ਨੂੰ ਕਿਹਾ ਕਿ ਮਹਾਰਾਜ, ਮੇਰੇ ਕੋਈ ਸੰਤਾਨ ਨਹੀਂ ਹੈ ਤੇ ਸਾਡੇ ਇੱਥੇ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਮੋਕਸ਼ ਪ੍ਰਾਪਤੀ ਦੇ ਲਈ ਸੰਤਾਨ ਦਾ ਪਿੰਡ ਹੋਣਾ ਬਹੁਤ ਜ਼ਰੂਰੀ ਹੈ। ਨਾਗ ਦੇਵਤਾ ਬੋਲੇ ਕਿ ਤੇਰੀ ਕਿਸਮਤ ਵਿੱਚ ਸੰਤਾਨ ਨਹੀਂ ਲਿਖੀ, ਪਰ ਤੂੰ ਇੰਨਾ ਕਰਮ ਕੀਤਾ ਹੈ, ਇੰਨੀ ਭਗਤੀ ਕੀਤੀ ਹੈ, ਤਾਂ ਮੈਂ ਤੈਨੂੰ ਵਚਨ ਦਿੰਦਾ ਹਾਂ ਕਿ ਤੇਰੇ ਸੰਤਾਨ ਜ਼ਰੂਰ ਹੋਵੇਗੀ ਤੇ ਉਹ ਪੁੱਤਰ ਹੋਵੇਗਾ। ਪਰ 12 ਸਾਲ ਪੂਰੇ ਹੁੰਦੇ ਹੀ ਅੱਧੀ ਰਾਤ ਨੂੰ ਸੱਪ ਦੇ ਡਸਣ ਨਾਲ ਉਸ ਦੀ ਮੌਤ ਹੋ ਜਾਵੇਗੀ। ਤਾਂ ਮੈਂ ਕਿਹਾ, ਠੀਕ ਹੈ ਮਹਾਰਾਜ, ਕਮ ਸੇ ਕਮ 12 ਸਾਲਾਂ ਤੱਕ ਤਾਂ ਮੈਂ ਆਪਣੀ ਸੰਤਾਨ ਦਾ ਸੁੱਖ ਪ੍ਰਾਪਤ ਕਰ ਸਕਾਂਗਾ। ਇਹ ਕਹਿ ਕੇ ਨਾਗ ਦੇਵਤਾ ਅਦ੍ਰਿਸ਼ ਹੋ ਗਏ ਤੇ ਅੱਜ 12 ਸਾਲ ਪੂਰੇ ਹੋ ਰਹੇ ਹਨ। ਮੇਰੇ ਇਕਲੌਤੇ ਪੁੱਤਰ ਨੂੰ ਨਾਗ ਡਸੇਗਾ ਤੇ ਉਸ ਦੀ ਮੌਤ ਹੋ ਜਾਵੇਗੀ, ਇਸ ਲਈ ਅਸੀਂ ਰੋ ਰਹੇ ਹਾਂ। ਸਾਰੀ ਕਹਾਣੀ ਸੁਣਨ ਤੋਂ ਬਾਅਦ ਰਾਜਾ ਸੋਚ ਵਿੱਚ ਪੈ ਗਿਆ। ਫਿਰ ਥੋੜੀ ਦੇਰ ਸੋਚਣ ਤੋਂ ਬਾਅਦ ਉਹ ਬੋਲਿਆ ਕਿ ਕੋਈ ਗੱਲ ਨਹੀਂ, ਤੁਸੀਂ ਮੇਰੀ ਗੱਲ ਮੰਨੋ, ਦੁੱਧ ਤੇ ਫੁੱਲਾਂ ਦਾ ਇੰਤਜ਼ਾਮ ਕਰੋ। ਆਦਮੀ ਨੇ ਰਾਜੇ ਨੂੰ ਕਿਹਾ ਕਿ ਤੇਰੀ ਗੱਲ ਮੰਨ ਲੈਂਦਾ ਹਾਂ, ਪਰ ਦੇਵਤਾ ਦਾ ਕਿਹਾ ਅਟੱਲ ਹੁੰਦਾ ਹੈ। ਰਾਜੇ ਨੇ ਕਿਹਾ ਕਿ ਤੂੰ ਚਿੰਤਾ ਨਾ ਕਰ, ਬਸ ਜੋ ਕਿਹਾ ਹੈ ਉਹ ਕਰ। ਲੜਕੇ ਨੂੰ ਕਮਰੇ ਦੇ ਵਿੱਚ ਸੁਲਾ ਦਿੱਤਾ ਗਿਆ। ਮੁੱਖ ਦਰਵਾਜ਼ੇ ਤੋਂ ਕਮਰੇ ਤੱਕ ਗੁਲਾਬ ਦੇ ਫੁੱਲਾਂ ਨਾਲ ਰਾਹ ਨੂੰ ਸਜਾ ਦਿੱਤਾ ਗਿਆ। ਥੋੜੀ ਦੂਰੀ ਤੇ ਦੁੱਧ ਦੇ ਕਟੋਰੇ ਭਰ ਕੇ ਰੱਖ ਦਿੱਤੇ ਗਏ ਤੇ ਅੱਧੀ ਰਾਤ ਨੂੰ ਨਾਗ ਦੇਵਤਾ ਨੇ ਮੁੱਖ ਦਰਵਾਜ਼ੇ ਤੋਂ ਪ੍ਰਵੇਸ਼ ਕਰਨਾ ਸ਼ੁਰੂ ਕੀਤਾ। ਫੁੱਲਾਂ ਨਾਲ ਸਜਿਆ ਰਾਹ ਤੇ ਜਗ੍ਹਾ ਤੇ ਪਏ ਦੁੱਧ ਦੇ ਕਟੋਰਿਆਂ ਦੇ ਨਾਲ ਨਾਗ ਦੇਵਤਾ ਲੜਕੇ ਦੇ ਕਮਰੇ ਤੱਕ ਜਾਂਦੇ ਦਇਆਲੂ ਹੋ ਚੁੱਕੇ ਸੀ। ਉਹ ਇੰਨੇ ਜ਼ਿਆਦਾ ਮਸਤ ਹੋ ਗਏ ਕਿ ਆਪਣੇ ਮਾਲਕ ਨਾਗ ਦੇਵਤਾ ਦਾ ਹੁਕਮ ਭੁੱਲ ਗਏ। ਨਾਗ ਆਦਮੀ ਨੂੰ ਖੁਸ਼ ਹੋ ਕੇ ਬੋਲਿਆ ਕਿ ਕੀ ਚਾਹੁੰਦਾ ਹੈ ਤੂੰ, ਮੈਂ ਤੇਰੇ ਤੋਂ ਬਹੁਤ ਪ੍ਰਸੰਨ ਹਾਂ। ਨਾਗ ਆਪਣੇ ਸਵਾਮੀ ਦੀ ਆਗਿਆ ਨੂੰ ਭੁੱਲਦਿਆਂ ਹੋਇਆ ਬੋਲਿਆ। ਆਦਮੀ ਬੋਲਿਆ ਕਿ ਮਹਾਰਾਜ, ਆਪਣੇ ਬੇਟੇ ਦੀ ਜ਼ਿੰਦਗੀ, ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਨਾਗ ਦੇਵਤਾ ਬੋਲੇ ਕਿ ਤੁਸੀਂ ਬਹੁਤ ਗਲਤ ਵਾਰ ਮੰਗਿਆ ਹੈ। ਇਸ ਦਾ ਮਤਲਬ ਹੈ ਕਿ ਮੈਂ ਆਪਣੇ ਸਵਾਮੀ ਦੀ ਆਗਿਆ ਦਾ ਪਾਲਣ ਨਹੀਂ ਕਰ ਸਕਦਾ, ਪਰ ਇਸ ਦੇ ਲਈ ਮੈਨੂੰ ਕੋਈ ਵੀ ਦੰਡ ਭੁਗਤਣਾ ਪਵੇ ਮੈਂ ਭੁਗਤ ਲਵਾਂਗਾ, ਪਰ ਇਸ ਬੱਚੇ ਨੂੰ ਜੀਵਨ ਦਾਨ ਦਿੱਤੇ ਬਿਨਾਂ ਮੈਂ ਇੱਥੋਂ ਨਹੀਂ ਜਾਵਾਂਗਾ। ਇਹ ਕਹਿ ਕੇ ਨਾਗ ਦੇਵਤਾ ਹੌਲੀ ਮੁੱਖ ਦਰਵਾਜ਼ੇ ਤੋਂ ਬਾਹਰ ਚਲੇ ਗਏ। ਫਿਰ ਰਾਜੇ ਨੇ ਲੜਕੇ ਦੇ ਕਮਰੇ ਦੇ ਵਿੱਚ ਪ੍ਰਵੇਸ਼ ਕੀਤਾ ਤੇ ਆਦਮੀ ਨੂੰ ਕਿਹਾ ਕਿ ਤੇਰਾ ਬੇਟਾ ਹੁਣ ਸੁਰੱਖਿਅਤ ਹੈ, ਅੱਗੇ ਦੀ ਗੱਲ ਹੁਣ ਮੇਰੇ ਤੇ ਛੱਡ। ਇਹ ਕਹਿ ਕੇ ਰਾਜਾ ਉੱਥੋਂ ਚਲਾ ਗਿਆ ਤੇ ਆਪਣੇ ਮਹਿਲ ਵਿੱਚ ਆ ਕੇ ਸੌਂ ਗਿਆ। ਉਸਨੇ ਸੋਚਿਆ ਕਿ ਮੈਂ ਇੱਕ ਤਾਂ ਨੇਕੀ ਕੀਤੀ ਹੈ, ਦੂਜਾ ਇੱਕ ਬੱਚੇ ਨੂੰ ਸੱਪ ਦਾ ਖਾਣਾ ਬਣਨ ਤੋਂ ਬਚਾਇਆ ਹੈ, ਤੇ ਤੀਜਾ ਮੈਨੂੰ ਕੱਲ ਦੇ ਮੁਕੱਦਮੇ ਦਾ ਫੈਸਲਾ ਸੁਣਾਉਣ ਦੇ ਲਈ ਸਬੂਤ ਮਿਲ ਗਿਆ ਹੈ। ਤੇ ਰਾਜਾ ਸੌਂ ਗਿਆ। ਰਾਤ ਦੇ ਸਮੇਂ ਉਸਨੂੰ ਇੱਕ ਸੁਪਨਾ ਆਇਆ ਜਿਸ ਵਿੱਚ ਨਾਗ ਦੇਵਤਾ ਉਸ ਨੂੰ ਚੁਣੌਤੀ ਦੇ ਗਏ ਕਿ ਮਹਾਰਾਜ, ਤੁਸੀਂ ਵਿਧੀ ਲੇਖ ਨੂੰ ਕਰਮ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਇਹ ਚੰਗਾ ਨਹੀਂ ਕੀਤਾ, ਇਸ ਦੇ परिणाम ਸਹੀ ਨਹੀਂ ਨਿਕਲਣਗੇ। ਸਵੇਰੇ ਰਾਜਾ ਉੱਠਿਆ ਤੇ ਸੈਰ ਕਰਨ ਦੇ ਲਈ ਮਹਿਲ ਤੋਂ ਬਾਹਰ ਨਿਕਲਿਆ ਤੇ ਜੰਗਲ ਵੱਲ ਨੂੰ ਚੱਲ ਪਿਆ। ਇੰਨੇ ਵਿੱਚ ਇੱਕ ਵੱਡਾ ਪੰਛੀ ਆਇਆ ਜਿਸ ਨੇ ਰਾਜੇ ਨੂੰ ਉਠਾਇਆ ਤੇ ਸੰਘਣੇ ਜੰਗਲ ਵਿੱਚ ਜਾ ਕੇ ਸੁੱਟ ਦਿੱਤਾ। ਸੰਘਣਾ ਜੰਗਲ ਸੀ, ਚਾਰੇ ਪਾਸੇ ਸੱਪ ਧਰਤੀ ਉੱਤੇ ਫਿਰ ਰਹੇ ਸੀ। ਕੁਝ ਸਮੇਂ ਦੇ ਲਈ ਤਾਂ ਰਾਜੇ ਦੀ ਸੁੱਧ ਬੁੱਧੀ ਗਵਾਚ ਗਈ ਕਿ ਇਹ ਕੀ ਹੋ ਗਿਆ ਹੈ। ਫਿਰ ਉਹ ਸੱਪਾਂ ਤੋਂ ਬਚਣ ਦੇ ਲਈ ਇੱਕ ਦਰਖਤ ਉੱਤੇ ਚੜ੍ਹ ਗਿਆ। 1 ਦਿਨ, 2 ਦਿਨ, 5 ਦਿਨ ਭੁੱਖ ਦੀ ਅਗਤਾ ਉਸਨੇ ਦਰਖਤਾਂ ਦੇ ਫਲਾਂ ਦੇ ਨਾਲ ਸ਼ਾਂਤ ਕਰ ਲਈ,
ਪਰ ਉਸ ਦਾ ਆਪਣਾ ਭਵਿੱਖ ਹਨੇਰੇ ਵਿੱਚ ਸੀ। ਇੰਨੀ ਦਿਨੀ ਉਸ ਨੂੰ ਕਈ ਵਾਰ ਆਕਾਸ਼ਵਾਣੀ ਵੀ ਹੋਈ ਕਿ ਰਾਜਾ ਵਿਧੀ ਲੇਖ ਪ੍ਰਧਾਨ ਹੈ, ਕਰਮ ਪ੍ਰਧਾਨ ਨਹੀਂ ਹੈ। ਪਰ ਇਨਸਾਫਵਾਦੀ ਰਾਜਾ ਨੇ ਆਪਣੇ ਦਿਲ ਵਿੱਚ ਇੱਕ ਗੰਢ ਜਿਹੀ ਬੰਨ੍ਹ ਲਈ ਸੀ ਕਿ ਕਰਮ ਪ੍ਰਧਾਨ ਹੈ, ਵਿਧੀ ਲੇਖ ਪ੍ਰਧਾਨ ਨਹੀਂ ਹੈ, ਕਿਉਂਕਿ ਮੈਂ ਕਰਮ ਕਰਕੇ ਹੀ ਉਸ ਬਾਲਕ ਦੀ ਜਾਨ ਬਚਾਈ ਹੈ। ਇੱਕ ਦਿਨ ਜੰਗਲ ਵਿੱਚ ਇੱਕ ਲੱਕੜਹਾਰਾ ਆਇਆ। ਉਸਨੇ ਰਾਜੇ ਨੂੰ ਦਰਖਤ ਉੱਤੇ ਚੜੇ ਦੇਖਿਆ ਤੇ ਕਿਹਾ, ਓਏ ਬੇਵਕੂਫਾ, ਤੂੰ ਉੱਪਰ ਕੀ ਕਰ ਰਿਹਾ ਹੈ? ਹੇਠਾਂ ਉੱਤਰ, ਕੁਝ ਕਰਮ ਕਰ, ਇੱਥੇ ਟੰਗੇ ਰਹਿਣ ਨਾਲ ਤੈਨੂੰ ਕੀ ਮਿਲੇਗਾ? ਰਾਜਾ ਲੱਕੜਹਾਰੇ ਦੇ ਕੋਲ ਆਇਆ ਤੇ ਬੋਲਿਆ, ਕਹੋ ਮਹਾਰਾਜ, ਮੇਰੇ ਲਈ ਕੀ ਹੁਕਮ ਹੈ? ਮੈਂ ਕੀ ਕਰ ਸਕਦਾ ਹਾਂ? ਮੈਂ ਹਾਜ਼ਰ ਹਾਂ। ਲੱਕੜਹਾਰਾ ਬੋਲਿਆ, ਇਹ ਲੈ ਮੇਰਾ ਕੁਹਾੜਾ ਤੇ ਕੰਮ ਕਰ, ਮੈਂ ਬਹੁਤ ਥੱਕ ਗਿਆ ਹਾਂ। ਤੂੰ ਲੱਕੜਾਂ ਕੱਟ, ਵੇਚ ਕੇ ਰੋਟੀ ਕਮਾ। ਪਹਿਲਾਂ 1 ਪੰਡ ਵੇਚਦੇ ਸੀ, ਹੁਣ 2 ਪੰਡਾਂ ਵੇਚਿਆ ਕਰਾਂਗੇ, ਪਹਿਲਾਂ ਨਾਲੋਂ ਜ਼ਿਆਦਾ ਪੈਸੇ ਕਮਾਵਾਂਗੇ। ਬਈ ਕਰਮ ਹੀ ਤਾਂ ਪ੍ਰਧਾਨ ਹੈ। ਲੱਕੜਹਾਰੇ ਬਣੇ ਰਾਜੇ ਦਾ ਹੁਣ ਇਹ ਧੰਦਾ ਹੀ ਬਣ ਗਿਆ ਸੀ। ਕਈ ਵਾਰ ਉਹ ਲੱਕੜਹਾਰੇ ਦੀ ਆਗਿਆ ਤੋਂ ਬਿਨਾਂ ਹੀ ਆਪਣੀ ਪੰਡ ਨੂੰ ਦੂਜੀ ਜਗ੍ਹਾ ਤੇ ਵੇਚ ਦਿੰਦਾ ਸੀ, ਜਦੋਂ ਕਿ ਲੱਕੜਹਾਰਾ ਇੱਕ ਹੀ ਦੁਕਾਨਦਾਰ ਦੇ ਨਾਲ ਵਪਾਰ ਕਰਦਾ ਸੀ। ਜਦੋਂ ਲੱਕੜਹਾਰੇ ਨੇ ਇਹ ਦੇਖਿਆ ਕਿ ਮੇਰਾ ਨੌਕਰ ਮੇਰੇ ਨਾਲ ਜ਼ਿਆਦਾ ਕੀਮਤ ਲੈ ਕੇ ਆਉਂਦਾ ਹੈ, ਤਾਂ ਉਸਨੇ ਬਾਣੀਏ ਨੂੰ ਕਿਹਾ ਕਿ ਮੇਰੇ ਨਾਲ ਜ਼ਿਆਦਾ ਤਾਂ ਮੇਰਾ ਨੌਕਰ ਕੀਮਤ ਲੈ ਕੇ ਆਉਂਦਾ ਹੈ, ਤੂੰ ਮੈਨੂੰ ਕੀਮਤ ਘੱਟ ਦਿੰਦਾ ਹੈ। ਬਾਣੀਆ ਚਲਾਕ ਸੀ, ਉਸਨੇ ਲੱਕੜਹਾਰੇ ਬਣੇ ਰਾਜੇ ਦੇ ਨਾਲ ਕਾਂਟੀ ਪਾਈ ਤੇ ਉਸਨੂੰ ਆਪਣਾ ਨੌਕਰ ਰੱਖ ਲਿਆ। ਤੇ ਹੁਣ ਰਾਜਾ ਬਾਣੀਏ ਦਾ ਨੌਕਰ ਸੀ ਤੇ ਉਸਦੇ ਕੋਲ ਹੀ ਰਹਿੰਦਾ ਸੀ। ਇੱਕ ਦਿਨ ਉਸ ਨਗਰ ਦੇ ਰਾਜੇ ਦਾ ਨੌਕਰ ਬਾਣੀਏ ਦੇ ਨਾਲ ਗੱਲਾਂ ਕਰ ਰਿਹਾ ਸੀ ਕਿ ਸਾਡਾ ਰਾਜਾ ਬਹੁਤ ਪਰੇਸ਼ਾਨ ਹੈ, ਉਸਦੇ ਕੋਲ ਇੱਕ ਕੇਸ ਆਇਆ ਹੈ ਜਿਸ ਦੇ ਲਈ ਉਸਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਇਹ ਗੱਲ ਨੌਕਰ ਬਣੇ ਰਾਜੇ ਦੇ ਕੰਨੀ ਪਈ ਤਾਂ ਰਾਜੇ ਨੇ ਨੌਕਰ ਨੂੰ ਪੁੱਛਿਆ ਕਿ ਐਸੀ ਵੀ ਕੀ ਗੱਲ ਹੈ ਜਿਸ ਦੇ ਲਈ ਰਾਜਾ ਇੰਨਾ ਪਰੇਸ਼ਾਨ ਹੋ ਰਿਹਾ ਹੈ? ਜ਼ਰਾ ਸਾਨੂੰ ਵੀ ਪਤਾ ਲੱਗੇ, ਸ਼ਾਇਦ ਮੈਂ ਹੀ ਉਹਦੀ ਕੋਈ ਸਹਾਇਤਾ ਕਰ ਦੇਵਾਂ। ਮੇਰੇ ਕੋਲ ਤਕਰੀਬਨ ਹਰੇਕ ਚੀਜ਼ ਦਾ ਹੱਲ ਹੁੰਦਾ ਹੀ ਹੈ। ਇਸ ਗੱਲ ਤੇ ਬਾਣੀਆ ਨਾਰਾਜ਼ ਹੋ ਗਿਆ ਤੇ ਬੋਲਿਆ, ਤੂੰ ਕੀ ਜਾਣੇ ਵੱਡੇ ਲੋਕਾਂ, ਰਾਜੇ ਮਹਾਰਾਜਾ ਦੀਆਂ ਗੱਲਾਂ? ਤੂੰ ਆਪਣੀ ਹੱਦ ਵਿੱਚ ਰਹਿ। 2 ਟਕੇ ਦਾ ਨੌਕਰ ਤੇ ਲੱਖਾਂ ਦੇ ਸੁਪਨੇ ਦੇਖਦਾ ਹੈ? ਤੂੰ ਆਪਣਾ ਕੰਮ ਕਰ। ਪਰ ਰਾਜੇ ਦੇ ਨੌਕਰ ਨੇ ਇਹ ਗੱਲ ਮੰਤਰੀ ਤੱਕ ਤੇ ਮੰਤਰੀ ਨੇ ਉਸ ਨਗਰ ਦੇ ਰਾਜੇ ਤੱਕ ਪਹੁੰਚਾ ਦਿੱਤੀ। ਤਾਂ ਰਾਜੇ ਦੇ ਹੁਕਮ ਦੇ ਨਾਲ ਬਾਣੀਏ ਦੇ ਨੌਕਰ ਅਰਥਾਤ ਰਾਜਾ ਵਿਕਰਮਜੀਤ ਨੂੰ ਬੁਲਾਇਆ ਗਿਆ। ਬਾਣੀਏ ਨੇ ਸੋਚਿਆ ਕਿ ਮੇਰਾ ਤਾਂ ਕੰਮ ਹੀ ਖਰਾਬ ਹੋ ਗਿਆ, ਕਿਤੇ ਰਾਜਾ ਉਹਦੇ ਉੱਤੇ ਕ੍ਰੋਧਿਤ ਨਾ ਹੋ ਜਾਵੇ। ਰਾਜੇ ਵਿਕਰਮਜੀਤ ਨੂੰ ਰਾਜ ਮਹਿਲ ਵਿੱਚ ਲਿਆਂਦਾ ਗਿਆ। ਫਿਰ ਉਸ ਨਗਰ ਦੇ ਰਾਜੇ ਨੇ ਪੁੱਛਿਆ ਕਿ ਕੀ ਤੂੰ ਮੇਰੀ ਸਹਾਇਤਾ ਕਰ ਸਕਦਾ ਹੈ? ਫੈਸਲਾ ਦੇਣ ਵਿੱਚ ਵਿਕਰਮਜੀਤ ਬੋਲਿਆ ਕਿ ਪਹਿਲਾਂ ਇਹ ਤਾਂ ਪਤਾ ਲੱਗੇ ਮਹਾਰਾਜ, ਤੁਹਾਡੇ ਕੋਲ ਸਮੱਸਿਆ ਕੀ ਹੈ ਜਿਸ ਨੇ ਤੁਹਾਨੂੰ ਇੰਨਾ ਪਰੇਸ਼ਾਨ ਕਰ ਰੱਖਿਆ ਹੈ ਤੇ ਮੈਨੂੰ ਕਿਸ ਲਈ ਬੁਲਾਇਆ ਹੈ? ਤਾਂ ਰਾਜੇ ਨੇ ਕਿਹਾ ਕਿ ਅਸੀਂ ਆਪਣੇ ਨੌਕਰ ਤੋਂ ਤੇਰੀ ਤਾਰੀਫ ਸੁਣੀ ਹੈ, ਇਸ ਲਈ ਤੈਨੂੰ ਬੁਲਾਇਆ ਹੈ। ਵਿਧੀ ਲੇਖ ਪ੍ਰਧਾਨ ਹੈ ਜਾਂ ਕਰਮ ਪ੍ਰਧਾਨ ਹੈ, ਇਹੀ ਫੈਸਲਾ ਦੇਣਾ ਹੈ। ਕੀ ਤੂੰ ਮੇਰੀ ਸਹਾਇਤਾ ਕਰ ਸਕਦਾ ਹੈ? ਇਸ ਦਾ ਸਹੀ ਜਵਾਬ ਕੀ ਹੈ? ਤਾਂ ਵਿਕਰਮਜੀਤ ਬੋਲੇ, ਹਾਂ ਮਹਾਰਾਜ, ਇਹ ਤਾਂ ਇੱਕ ਸਧਾਰਨ ਜਿਹੀ ਗੱਲ ਹੈ, ਤੁਸੀਂ ਫੈਸਲਾ ਦੇ ਸਕਦੇ ਹੋ, ਕਰਮ ਪ੍ਰਧਾਨ ਹੈ, ਵਿਧੀ ਲੇਖ ਪ੍ਰਧਾਨ ਨਹੀਂ ਹੈ। ਤਾਂ ਰਾਜਾ ਬੋਲਿਆ, ਇਸ ਦੇ ਲਈ ਸਬੂਤ ਵੀ ਹੋਣਾ ਚਾਹੀਦਾ ਹੈ। ਤਾਂ ਵਿਕਰਮਜੀਤ ਬੋਲਿਆ ਕਿ ਸਬੂਤ ਦੇ ਲਈ ਸੇਵਕ ਹਾਜ਼ਰ ਹੈ। ਫਿਰ ਰਾਜੇ ਨੇ ਆਪਣੇ ਨੌਕਰ ਨੂੰ ਬੁਲਾਇਆ ਤੇ ਫੈਸਲਾ ਦੇ ਦਿੱਤਾ ਕਿ ਕਰਮ ਪ੍ਰਧਾਨ ਹੈ, ਵਿਧੀ ਲੇਖ ਪ੍ਰਧਾਨ ਨਹੀਂ ਹੈ। ਸਬੂਤ ਦੀ ਲੋੜ ਸੀ, ਜਿਸ ਦੇ ਲਈ ਰਾਜਾ ਵਿਕਰਮਜੀਤ ਨੂੰ ਬੁਲਾਇਆ ਗਿਆ। ਉਸਨੇ ਆਪਣੀ ਪਹਿਚਾਣ ਛੁਪਾਉਂਦੇ ਹੋਏ ਰਾਜੇ ਨੂੰ ਸਾਰੀ ਕਹਾਣੀ ਦੱਸ ਦਿੱਤੀ ਕਿ ਰਾਜਾ ਵਿਕਰਮਜੀਤ ਦੇ ਕੋਲ ਵੀ ਇਹੀ ਪ੍ਰਸ਼ਨ ਆਇਆ ਸੀ। ਤਾਂ ਉਸਨੇ ਇਸ ਸਬੂਤ ਦੇ ਨਾਲ ਇਹ ਫੈਸਲਾ ਕੀਤਾ ਸੀ ਕਿ ਕਰਮ ਪ੍ਰਧਾਨ ਹੈ, ਲੇਖ ਪ੍ਰਧਾਨ ਨਹੀਂ ਹੈ। ਕਹਾਣੀ ਸੁਣਨ ਤੋਂ ਬਾਅਦ ਸਭ ਨੇ ਇਹ ਸਵੀਕਾਰ ਕੀਤਾ ਕਿ ਰਾਜੇ ਦਾ ਫੈਸਲਾ ਸਹੀ ਹੈ। ਫਿਰ ਰਾਜੇ ਨੇ ਨੌਕਰ ਨੂੰ ਕਿਹਾ ਕਿ ਤੂੰ ਅੱਜ ਤੋਂ ਬਾਣੀਏ ਦੀ ਨੌਕਰੀ ਛੱਡ ਦੇ, ਅੱਜ ਤੋਂ ਤੂੰ ਮੇਰਾ ਮੰਤਰੀ ਹੈ। ਨੌਕਰ ਨੇ ਕਿਹਾ, ਮਹਾਰਾਜ, ਮੈਨੂੰ ਮਨਜ਼ੂਰ ਹੈ। ਫਿਰ ਵਿਕਰਮਜੀਤ ਰਾਜੇ ਦਾ ਮੰਤਰੀ ਬਣ ਗਿਆ। ਦਿਨ ਬੀਤਦੇ ਗਏ। ਰਾਜਾ ਆਪਣੇ ਮੰਤਰੀ ਦੇ ਕੰਮ ਤੋਂ ਇੰਨਾ ਖੁਸ਼ ਹੋਇਆ, ਉਸਨੇ ਆਪਣੇ ਰਾਜ ਭਾਗ ਦਾ ਸਾਰਾ ਕੰਮ ਉਸ ਨੂੰ ਸੌਂਪ ਦਿੱਤਾ। ਉਹਨਾਂ ਦੋਹਾਂ ਦਾ ਮੇਲਜੋਲ ਇੰਨਾ ਵੱਧ ਗਿਆ, ਉਹ ਦੋਵੇਂ ਸਵੇਰੇ ਇਕੱਠੇ ਹੀ ਭ੍ਰਮਣ ਕਰਨ ਦੇ ਲਈ ਜਾਇਆ ਕਰਦੇ। ਤੇ ਇੱਕ ਦਿਨ ਰਾਜਾ ਵਿਕਰਮਜੀਤ ਜੰਗਲ ਵਿੱਚ ਸੈਰ ਕਰਨ ਦੇ ਲਈ ਗਿਆ ਤੇ ਉਹੀ ਪੰਛੀ ਆਇਆ ਤੇ ਰਾਜੇ ਵਿਕਰਮਜੀਤ ਨੂੰ ਉਠਾ ਕੇ ਉਸੇ ਹੀ ਜਗ੍ਹਾ ਤੇ ਸੁੱਟ ਗਿਆ ਜਿੱਥੋਂ ਉਸਨੇ ਪਹਿਲਾਂ ਉਠਾਇਆ ਸੀ। ਰਾਜਾ ਆਪਣੇ ਮਹਿਲ ਵਿੱਚ ਗਿਆ। ਰਾਜੇ ਨੂੰ ਦੇਖ ਕੇ ਮੰਤਰੀ ਬੋਲਿਆ ਕਿ ਮਹਾਰਾਜ, ਤੁਸੀਂ ਬਹੁਤ ਜਲਦੀ ਆ ਗਏ। ਰਾਜਾ ਇਹ ਸੁਣ ਕੇ ਬਹੁਤ ਹੈਰਾਨ ਹੋਇਆ, ਕਿਉਂਕਿ ਉਸਨੇ ਤਾਂ ਕਈ ਸਾਲ ਬਿਤਾ ਦਿੱਤੇ ਸੀ। ਮੰਤਰੀ ਕਹਿ ਰਿਹਾ ਹੈ ਕਿ ਉਹ ਬਹੁਤ ਜਲਦੀ ਆ ਗਿਆ। ਉਹ ਖੁਦ ਹੈਰਾਨ ਸੀ ਕਿ ਆਖਿਰ ਇਹ ਕਿਸ ਤਰ੍ਹਾਂ ਹੋ ਗਿਆ। ਤੇ ਫਿਰ ਰਾਜ ਦਰਬਾਰ ਸਜਿਆ ਤੇ ਰਾਜੇ ਨੇ ਸਾਰੇ ਮੁਕੱਦਮਿਆਂ ਦੇ ਫੈਸਲੇ ਦੇ ਦਿੱਤੇ। ਰਾਜੇ ਨੇ ਉਹਨਾਂ ਸਾਧੂਆਂ ਦਾ ਵੀ ਫੈਸਲਾ ਦਿੱਤਾ ਕਿ ਕਰਮ ਪ੍ਰਧਾਨ ਹੈ, ਵਿਧੀ ਲੇਖ ਪ੍ਰਧਾਨ ਨਹੀਂ ਹੈ। ਇਸ ਲਈ ਦੋਸਤੋ, ਆਪਣੀ ਕਿਸਮਤ ਨੂੰ ਨਾ ਕੋਸਿਆ ਕਰੋ, ਕਰਨੀ ਵਿੱਚ ਵਿਸ਼ਵਾਸ ਕਰੋ। ਹਿੰਮਤ ਕਰੇ ਅਗਰ ਮਰਦਾਂ ਤੋਂ ਮਦਦ ਦੇ ਖੁਦਾ। ਲੇਖਾਂ ਦੀ ਗੱਲ ਨਹੀਂ ਹੈ, ਕਿਸਮਤ ਵਿੱਚ ਜੋ ਲਿਖਿਆ ਹੈ ਉਸ ਨੂੰ ਬਦਲਿਆ ਵੀ ਜਾ ਸਕਦਾ ਹੈ ਕਰਮ ਦੇ ਆਧਾਰ ਤੇ। ਇਸ ਲਈ ਆਪਣੀ ਸੋਚ ਨੂੰ ਸਕਾਰਾਤਮਕ ਰੱਖੋ, ਨਕਾਰਾਤਮਕ ਨਾ ਰੱਖੋ। ਇਹਨਾਂ ਬਾਬਿਆਂ ਦੇ ਚੱਕਰਾਂ 'ਚ ਨਾ ਪਾਓ, ਇਹਨਾਂ ਪੰਡਤਾਂ ਦੇ ਚੱਕਰਾਂ 'ਚ ਨਾ ਪਾਓ, ਧਾਗੇ ਤਵੀਤਾਂ ਦੇ ਚੱਕਰਾਂ 'ਚ ਨਾ ਪਾਓ। ਆਪਦੇ ਹੱਥ ਮੱਥੇ ਦੀਆਂ ਰੇਖਾਵਾਂ ਨਾ ਦਿਖਾਉਂਦੇ ਫਿਰੋ। ज्ञान योगी बनो, कर्म योगी बनो। सो दोस्तों, इसी जन्म में ये 2 काम करो, एक नाम जपो, दूजा प्रेम करो। किसी जीव का दिल ना दुखाना कभी, मौत याद रखो, मालिक से डरो। सो दोस्तों, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਕਿ ਸ਼ੇਅਰ ਵੀ ਜਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।